सत श्री अकाल। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਰਲਡ ਇਸ਼ੂਜ਼ ਦੇ ਵਿੱਚ। ਕਿਸਾਨ ਅੰਦੋਲਨ ਜੋ ਅੱਜ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਿਆ ਹੈ, ਸਰਬੱਤ ਦੇ ਭਲੇ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਲੈ ਕੇ ਚੱਲ ਰਿਹਾ ਹੈ। ਅੱਜ ਤੋਂ ਠੀਕ ਲਗਭਗ 11 ਮਹੀਨੇ ਪਹਿਲਾਂ ਇਹ ਅੰਦੋਲਨ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ। 2 ਮਹੀਨੇ ਪੰਜਾਬ ਦੀ ਧਰਤੀ ਤੇ ਚੱਲਣ ਤੋਂ ਬਾਅਦ ਜਦੋਂ 26 ਨਵੰਬਰ ਸਨ 2022 ਦੇ ਵਿੱਚ ਦਿੱਲੀ ਚਲੋ ਦਾ ਸੱਦਾ ਆਇਆ ਤਾਂ ਇਸ ਅੰਦੋਲਨ ਦੇ ਮੋਢੀ, ਇਸ ਅੰਦੋਲਨ ਦੇ ਅੰਦੋਲਨਕਾਰੀ ਇਸ ਅੰਦੋਲਨ ਨੂੰ ਲੈ ਕੇ ਦਿੱਲੀ ਵੱਲ ਵਧੇ ਤੇ ਰਾਹ ਵਿੱਚ ਉਹਨਾਂ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਫਲ ਨਹੀਂ ਹੋ ਸਕੇ ਇਹਨਾਂ ਨੂੰ ਰੋਕਣ ਵਾਲੇ ਤੇ ਕਿਸਾਨ ਆਪਣਾ ਅੰਦੋਲਨ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਜਾ ਪਹੁੰਚੇ। ਲਗਭਗ 11 ਮਹੀਨੇ ਬੀਤ ਚੁੱਕੇ ਨੇ ਦਿੱਲੀ ਦੇ ਬਾਰਡਰਸ ਤੇ ਬੈਠੇ ਹੋਏ ਕਿਸਾਨਾਂ ਨੂੰ ਤੇ ਇਸ ਅੰਦੋਲਨ ਨੂੰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਾਮਯਾਬੀ ਵੱਲ ਲੈ ਕੇ ਜਾ ਰਹੇ ਨੇ। ਬੜੇ ਸ਼ਾਂਤਮਈ ਤਰੀਕੇ ਦੇ ਨਾਲ ਹਰ ਮਸਲੇ ਦੇ ਉੱਤੇ ਗੌਰ ਕਰਦੇ ਨੇ, ਚਰਚਾ ਕਰਦੇ ਨੇ ਤੇ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਮਸਲਿਆਂ ਦਾ ਹੱਲ ਲੱਭਿਆ ਜਾ ਸਕਦਾ ਹੈ। ਇਸ ਅੰਦੋਲਨ ਨੂੰ ਸਮਾਪਤ ਕਰਨ ਵਾਸਤੇ ਬਹੁਤ ਕੁਝ ਕੀਤਾ ਗਿਆ, ਇਸ ਅੰਦੋਲਨ ਨੂੰ ਤੋੜਨ ਵਾਸਤੇ ਬਹੁਤ ਕੁਝ ਕੀਤਾ ਗਿਆ, ਪਰ ਕਾਮਯਾਬੀ ਹਾਸਿਲ ਨਹੀਂ ਹੋਈ ਕਿਉਂਕਿ ਕਿਸਾਨਾਂ ਦਾ ਏਕਾ ਇਸ ਅੰਦੋਲਨ ਨੂੰ ਅੱਗੇ ਲੈ ਕੇ ਵੱਧਦਾ ਰਿਹਾ ਤੇ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਅੰਦੋਲਨ ਅੱਜ ਹਰ ਇਨਸਾਨ ਦਾ ਅੰਦੋਲਨ ਬਣ ਚੁੱਕਾ ਹੈ, ਹਰ ਨਾਗਰਿਕ ਦਾ ਅੰਦੋਲਨ ਬਣ ਚੁੱਕਾ ਹੈ, ਸਿਰਫ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਕਿਸਾਨ ਹਰੇਕ ਦੀ ਜ਼ਰੂਰਤ ਹੈ। ਤੁਹਾਨੂੰ ਕਿਸੇ ਹੋਰ ਪ੍ਰੋਫੈਸ਼ਨ ਦੇ ਬੰਦੇ ਦੀ ਇੱਕ ਵਾਰ ਜਾਂ 2 ਵਾਰ ਜ਼ਿੰਦਗੀ ਦੇ ਵਿੱਚ ਲੋੜ ਪੈ ਸਕਦੀ ਹੈ। ਤੁਹਾਨੂੰ ਕਿਸੇ ਵਕੀਲ ਦੀ ਲੋੜ ਪੈ ਸਕਦੀ ਹੈ, ਕਿਸੇ ਡਾਕਟਰ ਦੀ ਲੋੜ, ਤੁਹਾਨੂੰ ਕਿਸੇ ਵਕੀਲ ਦੀ ਲੋੜ ਪੈ ਸਕਦੀ ਹੈ, ਕਿਸੇ ਡਾਕਟਰ ਦੀ ਲੋੜ ਪੈ ਸਕਦੀ ਹੈ, ਪੁਲਿਸਮੈਨ ਦੀ ਲੋੜ ਪੈ ਸਕਦੀ ਹੈ, ਅਕਾਊਂਟੈਂਟ ਦੀ ਲੋੜ ਪੈ ਸਕਦੀ ਹੈ, ਪਰ ਕਿਸਾਨ ਦੀ ਲੋੜ ਤੁਹਾਨੂੰ ਹਰ ਰੋਜ਼ ਦਿਨ ਦੇ ਵਿੱਚ 3 ਵਾਰ ਪੈਂਦੀ ਹੈ। ਜਦੋਂ ਤੁਸੀਂ 3 ਵਾਰ ਦਾ ਖਾਣਾ ਖਾਂਦੇ ਹੋ ਤਾਂ ਰੋਟੀ ਸਾਡੀ ਸਾਰਿਆਂ ਦੀ ਲੋੜ ਹੈ, ਤਾਂ ਰੋਟੀ ਦੇ ਕਾਰਨ ਹੀ ਇਹ ਅੰਦੋਲਨ ਸਾਡਾ ਸਾਰਿਆਂ ਦਾ ਅੰਦੋਲਨ ਹੈ, ਕਿਉਂਕਿ ਜਦੋਂ ਤੱਕ ਕਿਸਾਨ ਖੇਤੀ ਕਰਦੇ ਰਹਿਣਗੇ ਉਦੋਂ ਤੱਕ ਹੀ ਅਸੀਂ ਰੱਜਵੀਂ ਰੋਟੀ ਖਾਂਦੇ ਰਵਾਂਗੇ। ਜਦੋਂ ਤੱਕ ਕਿਸਾਨ ਖੇਤੀ ਕਰਦੇ ਰਹਿਣਗੇ ਉਦੋਂ ਤੱਕ ਹੀ ਇਹ ਪੂਰੀ ਦੁਨੀਆ ਦੇ ਲੋਕ ਜਿਉਂਦੇ ਰਹਿ ਸਕਦੇ ਨੇ। ਇਸ ਕਰਕੇ ਹਰ ਇਨਸਾਨ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ। ਇਹ ਅੰਦੋਲਨ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਾ ਹੈ। ਹੁਣ ਸਮਾਂ ਆ ਚੁੱਕਾ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਹੋਰ ਜ਼ੋਰ ਸ਼ੋਰ ਦੇ ਨਾਲ ਇਸ ਅੰਦੋਲਨ ਨੂੰ ਸਪੋਰਟ ਕਰਨ, ਇਸ ਅੰਦੋਲਨ ਨੂੰ ਅੱਗੇ ਵਧਾਉਣ, ਇਸ ਅੰਦੋਲਨ ਦੀ ਕਾਮਯਾਬੀ ਲਈ ਆਪਣੀਆਂ ਕੋਸ਼ਿਸ਼ਾਂ ਹੋਰ ਵਧਾਉਣ। ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਸ ਅੰਦੋਲਨ ਨੂੰ ਇਸ ਦੇ ਸਹੀ ਮੁਕਾਮ ਤੱਕ ਪਹੁੰਚਾਈਏ। ਇਹ ਸਾਰਿਆਂ ਦੀ ਜ਼ਰੂਰਤ ਬਣ ਚੁੱਕਾ ਹੈ। ਹੁਣ ਸਾਨੂੰ ਸਾਰਿਆਂ ਨੂੰ ਇਸ ਅੰਦੋਲਨ ਨੂੰ ਪੂਰੀ ਤਨ ਮਨ ਦੇ ਨਾਲ ਦਿਲੋਂ ਸਪੋਰਟ ਕਰਨਾ ਚਾਹੀਦਾ ਹੈ। ਅਸੀਂ ਕਰ ਵੀ ਰਹੇ ਹਾਂ, ਸਾਨੂੰ ਹੋਰ ਜ਼ਿਆਦਾ ਸਪੋਰਟ ਕਰਨਾ ਚਾਹੀਦਾ ਹੈ, ਕਿਉਂਕਿ ਇਸ ਅੰਦੋਲਨ ਦੀ ਕਾਮਯਾਬੀ ਨਾਲ ਹੀ ਅਸੀਂ ਕਿਸਾਨੀ ਨੂੰ ਬਚਾ ਸਕਦੇ ਹਾਂ। ਇਸ ਅੰਦੋਲਨ ਦੀ ਕਾਮਯਾਬੀ ਨਾਲ ਹੀ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਇਸ ਅੰਦੋਲਨ ਦੀ ਕਾਮਯਾਬੀ ਨਾਲ ਹੀ ਅਸੀਂ ਸਮਾਜ ਨੂੰ, ਦੇਸ਼ ਨੂੰ ਬਚਾ ਸਕਦੇ ਹਾਂ, ਕਿਉਂਕਿ ਹਰ ਚੀਜ਼ ਦਾ ਆਧਾਰ ਹੈ ਖੇਤੀ, ਹਰ ਚੀਜ਼ ਦਾ ਆਧਾਰ ਹੈ ਕਿਸਾਨ। ਤੁਸੀਂ ਕਿਸੇ ਵੀ ਬਿਜ਼ਨਸ ਦੀ ਗੱਲ ਕਰੋ, ਤੁਸੀਂ ਕਿਸੇ ਵੀ ਪ੍ਰੋਡਕਟ ਦੀ ਗੱਲ ਕਰੋ, ਉਸ ਦਾ ਕੱਚਾ ਮਾਲ, ਰॉ ਮਟੀਰੀਅਲ ਖੇਤੀਬਾੜੀ ਤੋਂ ਹੀ ਆਉਂਦਾ ਹੈ, ਕ੍ਰਿਸ਼ੀ ਤੋਂ ਹੀ ਆਉਂਦਾ ਹੈ, ਕਿਸਾਨ ਤੋਂ ਹੀ ਆਉਂਦਾ ਹੈ। ਇਸ ਲਈ ਹਰ ਬਿਜ਼ਨਸ, ਹਰ ਕੰਮ ਜੁੜਿਆ ਹੋਇਆ ਹੈ ਕਿਸਾਨੀ ਦੇ ਨਾਲ, ਖੇਤੀਬਾੜੀ ਦੇ ਨਾਲ। ਗੁਰੂ ਨਾਨਕ ਪਿਤਾ ਫਰਮਾਉਂਦੇ ਨੇ ਕਿ ਉੱਤਮ ਖੇਤੀ, ਪਹਿਲੇ ਨੰਬਰ ਤੇ ਉਹਨਾਂ ਨੇ ਖੇਤੀ ਨੂੰ ਰੱਖਿਆ ਹੈ, ਦੂਜੇ ਨੰਬਰ ਤੇ ਰੱਖਿਆ ਹੈ ਵਪਾਰ ਤੇ ਤੀਜੇ ਨੰਬਰ ਨੂੰ ਰੱਖਿਆ ਹੈ ਨੌਕਰੀ ਦੇ ਲਈ। ਇਸ ਕਰਕੇ ਉੱਤਮ ਖੇਤੀ, ਮੱਧਮ ਵਪਾਰ ਤੇ ਨਿਮਨ ਜਾਂ ਨਖਿੱਧ ਨੌਕਰੀ। ਪਰ ਅਸੀਂ ਇਸ ਵਕਤ ਜੋ ਪਹਿਲੇ ਨੰਬਰ ਤੇ ਉੱਤਮ ਖੇਤੀ ਹੈ ਉਹਨੂੰ ਆਖਰੀ ਨੰਬਰ ਤੇ ਲੈ ਗਏ ਹਾਂ। ਪਹਿਲੇ ਨੰਬਰ ਤੇ ਲੈ ਆਏ ਹਾਂ ਨੌਕਰੀ ਨੂੰ, ਕਿ ਜਿਹਨੂੰ ਨੌਕਰੀ ਮਿਲ ਗਈ, ਬੱਲੇ ਬੱਲੇ ਬਈ, ਬਹੁਤ ਵਧੀਆ ਕੰਮ ਹੋ ਗਿਆ, ਬਹੁਤ ਵਧੀਆ, ਤੁਸੀਂ ਇੱਕ ਕਿਲਾ ਫਤਿਹ ਕਰ ਲਿਆ। ਠੀਕ ਹੈ, ਆਪਣੀ ਆਪਣੀ ਸੋਚ ਹੈ। ਦੂਜੇ ਨੰਬਰ ਤੇ ਅਸੀਂ ਲੈ ਆਉਂਦਾ ਹੈ ਵਪਾਰ ਨੂੰ, ਔਰ ਤੀਜੇ ਨੰਬਰ ਤੇ ਅਸੀਂ ਲੈ ਗਏ ਹਾਂ ਖੇਤੀਬਾੜੀ ਨੂੰ। ਯਾਨੀ ਜੋ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਉਸ ਦਾ ਇੱਕਦਮ ਅਸੀਂ ਉਲਟਾ ਕਰਕੇ ਰੱਖ ਦਿੱਤਾ ਹੈ, ਜਿਹਦੇ ਵਿੱਚ ਨੁਕਸਾਨ ਕੀ ਹੋਇਆ? ਸਾਡਾ ਸਾਰਿਆਂ ਦਾ ਨੁਕਸਾਨ ਹੋਇਆ ਹੈ।
खेती हमेशा नंबर 1 ਤੇ ਹੈ। ਐਗਰੀਕਲਚਰ ਸਾਡਾ ओरिजिनल असली ਕਲਚਰ ਹੈ। ਐਗਰੀਕਲਚਰ ਸਾਨੂੰ ਜ਼ਮੀਨ ਨਾਲ ਜੋੜਦਾ ਹੈ। ਐਗਰੀਕਲਚਰ ਸਾਨੂੰ ਕੁਦਰਤ ਨਾਲ ਜੋੜਦਾ ਹੈ। ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਜ਼ਮੀਨ ਦੇ ਵਿੱਚ ਅਸੀਂ ਕੋਈ ਬੀਜ ਬੋਣਾ ਹੈ, ਕੋਈ ਬੀਜ ਬੀਜਣਾ ਹੈ ਤਾਂ ਕਿਵੇਂ ਜੁਤਾਈ ਕਰਨੀ ਪੈਂਦੀ ਹੈ, ਕਿਵੇਂ ਖੇਤ ਦਾ ਸਾਰਾ ਕੰਮ ਕਰਨਾ ਪੈਂਦਾ ਹੈ, ਸਾਰੀ ਤਿਆਰੀ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਅਸੀਂ ਬੀਜ ਪਾਉਂਦੇ ਹਾਂ, ਖੇਤ ਵਿੱਚ ਅਸੀਂ ਖਾਦ ਪਾਉਂਦੇ ਹਾਂ। ਖਾਦ ਕਿਹੜੀ ਪਾਉਣੀ ਚਾਹੀਦੀ ਹੈ, ਇਹਦੇ ਉੱਤੇ ਵੀ ਬੜੀ ਚਰਚਾ ਹੈ ਕਿ ਕੈਮੀਕਲ ਖਾਦਾਂ ਤੋਂ ਹਮੇਸ਼ਾ ਬਚਾਓ ਆਪਣੇ ਖੇਤਾਂ ਨੂੰ, ਆਪਣੀਆਂ ਫਸਲਾਂ ਨੂੰ। ਇਸ ਕਰਕੇ ਕੁਦਰਤੀ ਖੇਤੀ ਕਰੋ, ਜੋ ਬਾਬਾ ਨਾਨਕ ਦੀ ਵਿਰਾਸਤ ਹੈ, ਉਸ ਵਿਰਾਸਤ ਦੇ ਅਨੁਸਾਰ ਖੇਤੀ ਕਰੋ। ਫਿਰ ਮੌਸਮਾਂ ਦਾ ਕੀ ਅਸਰ ਪੈਂਦਾ ਹੈ, ਪਾਣੀ ਕਿੰਨਾ ਲਾਉਣਾ ਹੈ, ਹੋਰ ਬਾਕੀ ਸਾਰੀਆਂ ਚੀਜ਼ਾਂ ਦਾ ਖਿਆਲ ਕਿਵੇਂ ਰੱਖਣਾ ਹੈ। ਜਦੋਂ ਖੇਤ ਵਿੱਚ ਤੁਸੀਂ ਬੀਜ ਦਿੱਤਾ ਹੈ ਤਾਂ ਫਿਰ ਇੱਕ ਟਾਈਮ 'ਤੇ ਆ ਕੇ ਹੌਲੀ ਹੌਲੀ ਬੂਟੇ ਪੁੰਗਰਨੇ ਸ਼ੁਰੂ ਹੁੰਦੇ ਨੇ। ਉਹਨੂੰ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ ਕਿ ਬੱਚਾ ਜਿਵੇਂ ਨਵਾਂ ਬੱਚਾ ਜੰਮਦਾ ਹੈ, ਉਵੇਂ ਬੂਟੇ ਪੁੰਗਰਨੇ ਸ਼ੁਰੂ ਹੁੰਦੇ ਨੇ। ਫਿਰ ਉਸ ਫਸਲ ਨੂੰ ਕਿਸਾਨ ਆਪਣੇ ਬੱਚਿਆਂ ਵਾਂਗ ਪਾਲਦਾ ਹੈ। ਆਪਣੇ ਬੱਚਿਆਂ ਵਾਂਗ ਪਾਲਦਾ ਹੋਇਆ ਦੇਖਦਾ ਹੈ ਕਿ ਕਿਵੇਂ ਵੱਡੀ ਹੁੰਦੀ ਜਾ ਰਹੀ ਹੈ ਫਸਲ। ਫਿਰ ਇੱਕ ਦਿਨ ਉਹ ਆਉਂਦਾ ਹੈ ਜਦੋਂ ਉਸ ਬੂਟੇ ਦੇ ਵਿੱਚ ਦਾਣਾ ਪੈਂਦਾ ਹੈ। ਫਿਰ ਇੱਕ ਦਿਨ ਉਹ ਆਉਂਦਾ ਹੈ ਜਦੋਂ ਉਹਦੀ ਕਟਾਈ ਦਾ ਸਮਾਂ ਆਉਂਦਾ ਹੈ। ਹਮੇਸ਼ਾ ਸੁੱਖਾਂ ਮੰਗਦਾ ਹੈ ਕਿ ਕੋਈ ਵੀ ਅਜਿਹੀ ਕੁਦਰਤੀ ਆਫਤ ਨਾ ਆਵੇ ਕਿ ਕਿਸਾਨ ਦੀ ਫਸਲ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਵੇ। ਤਾਂ ਉਸ ਵੇਲੇ ਰੱਬ ਦਾ ਸ਼ੁਕਰ ਕਰਦਾ ਹੈ ਜਦ ਸਭ ਕੁਝ ਸਹੀ ਸਲਾਮਤ ਰਹਿੰਦਾ ਹੈ ਤੇ ਉਸ ਨੂੰ ਆਪਣੀ ਫਸਲ ਦੇ ਵਿੱਚੋਂ ਭਰਪੂਰ ਉਹ ਖਜ਼ਾਨਾ ਮਿਲਦਾ ਹੈ ਜਿਸ ਦੇ ਵਾਸਤੇ ਉਹ ਇੰਨੀ ਦੇਰ ਤੋਂ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਮਹੀਨਿਆਂ ਦੀ ਮਿਹਨਤ ਹੈ, ਮਹੀਨਿਆਂ ਦੇ ਮੌਸਮਾਂ ਦੀ ਜੋ ਮਾਰ ਹੈ ਉਹ ਆਪਣੇ ਤਨ ਦੇ ਉੱਤੇ ਝੱਲਦਾ ਹੈ, ਉਹਦਾ ਪਰਿਵਾਰ ਉਹਦੇ ਨਾਲ ਖੜਾ ਹੁੰਦਾ ਹੈ। ਤਾਂ ਇਹ ਸਾਰਾ ਕੁਝ ਸਹਿਣ ਤੋਂ ਬਾਅਦ ਜਦੋਂ ਉਹ ਖਜ਼ਾਨਾ ਪ੍ਰਾਪਤ ਹੁੰਦਾ ਹੈ ਜਿਸ ਦੇ ਵਾਸਤੇ ਉਹ ਇੰਨੀ ਜ਼ਿਆਦਾ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਤਾਂ ਉਸ ਵੇਲੇ ਉਹਦੀ ਖੁਸ਼ੀ ਝੱਲੀ ਨਹੀਂ ਜਾਂਦੀ। ਉਹ ਇੰਨਾ ਖੁਸ਼ ਹੁੰਦਾ ਹੈ, ਮੇਲੇ ਲੱਗਦੇ ਨੇ, ਭੰਗੜੇ ਪੈਂਦੇ ਨੇ, ਮਿੱਠਾ ਮੂੰਹ ਕਰਾਇਆ ਜਾਂਦਾ ਹੈ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਅਸੀਂ ਪੰਜਾਬ ਦਾ ਵਾਤਾਵਰਣ ਜਾਣਦੇ ਹੀ ਹਾਂ ਜਦੋਂ ਫਸਲਾਂ ਦੀ ਕਟਾਈ ਹੁੰਦੀ ਹੈ। ਤਾਂ ਇਹ ਸਾਰਾ ਕੁਝ ਸਾਨੂੰ ਕੁਦਰਤ ਦੇ ਨਾਲ ਜੋੜਦਾ ਹੈ ਕਿ ਜ਼ਿੰਦਗੀ ਵੀ ਅਜਿਹੀ ਹੀ ਹੁੰਦੀ ਹੈ। ਜ਼ਿੰਦਗੀ ਦੇ ਵਿੱਚ ਵੀ ਜੋ ਕੁਝ ਕਰਨਾ ਚਾਹੁੰਦੇ ਹੋ, ਪਹਿਲਾਂ ਖੇਤ ਵਿੱਚ ਉਹਦੀ ਤਿਆਰੀ ਕੀਤੀ ਜਾਂਦੀ ਹੈ। ਇਹ ਜ਼ਿੰਦਗੀ ਦਾ ਖੇਤ ਹੈ। ਤੇ ਫਿਰ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਉਹ ਬੀਜ ਪਾਇਆ ਜਾਂਦਾ ਹੈ। ਤੇ ਫਿਰ ਉਸ ਬੀਜ ਦਾ ਜਦੋਂ ਬੂਟਾ ਪੁੰਗਰਦਾ ਹੈ, ਉਹਨੂੰ ਬੱਚਿਆਂ ਵਾਂਗ ਪਾਲਿਆ ਜਾਂਦਾ ਹੈ। ਤੇ ਫਿਰ ਜਾ ਕੇ ਉਹ ਭਾਗਾਂ ਵਾਲਾ ਦਿਨ ਆਉਂਦਾ ਹੈ ਜਦੋਂ ਫਸਲ ਦੀ ਉਹ ਪ੍ਰਾਪਤੀ ਹੁੰਦੀ ਹੈ ਜਿਸ ਖਜ਼ਾਨੇ ਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ। ਤਾਂ ਕੁੱਲ ਮਿਲਾ ਕੇ ਐਗਰੀਕਲਚਰ ਸਾਨੂੰ ਜੀਵਨ ਦਾ ਸੰਦੇਸ਼ ਦਿੰਦਾ ਹੈ। ਇਸੇ ਕਰਕੇ ਬਾਬਾ ਨਾਨਕ ਐਗਰੀਕਲਚਰ ਨੂੰ, ਖੇਤੀਬਾੜੀ ਨੂੰ ਪਹਿਲੇ ਨੰਬਰ ਤੇ ਰੱਖਦੇ ਨੇ ਤੇ ਫਰਮਾਉਂਦੇ ਨੇ ਉੱਤਮ ਖੇਤੀ। ਤੇ ਸਾਨੂੰ ਸਾਰਿਆਂ ਨੂੰ ਵੀ ਖੇਤੀ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ, ਕਿਸਾਨ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਬਾਬਾ ਨਾਨਕ ਦੇ ਦੱਸੀ ਹੋਈ ਰਾਹ ਤੇ ਤੁਰ ਸਕਦੇ ਹਾਂ। ਤਾਂ ਕਵਿਤਾਵਾਂ ਦੇ ਵਿੱਚ ਵੀ ਕਿਹਾ ਗਿਆ ਹੈ ਕਿਸਾਨ ਨੂੰ ਖੇਤਾਂ ਦਾ ਸਾਧੂ। ਇਹ ਵਾਕਈ ਸਾਧੂ ਹੈ, ਹਮੇਸ਼ਾ ਲੱਗਾ ਰਹਿੰਦਾ ਹੈ ਆਪਣੇ ਕੰਮ ਦੇ ਵਿੱਚ, ਹਮੇਸ਼ਾ ਕੋਸ਼ਿਸ਼ ਮਿਹਨਤ ਕਰਦਾ ਰਹਿੰਦਾ ਹੈ, ਨਾ ਦਿਨ ਦੇਖਦਾ ਹੈ ਨਾ ਰਾਤ ਦੇਖਦਾ ਹੈ, ਬਸ ਆਪਣੇ ਟੀਚੇ ਵੱਲ ਵੱਧਦਾ ਰਹਿੰਦਾ ਹੈ। ਜਿਵੇਂ ਇੱਕ ਸਾਧੂ ਤਪੱਸਿਆ ਕਰਕੇ ਪਰਮਾਤਮਾ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰਦਾ ਹੈ, ਠੀਕ ਉਸੇ ਤਰ੍ਹਾਂ ਇੱਕ ਕਿਸਾਨ ਤਪੱਸਿਆ ਕਰਕੇ ਸਾਰਿਆਂ ਦਾ ਢਿੱਡ ਭਰਨ ਲਈ ਕੋਸ਼ਿਸ਼ ਕਰਦਾ ਹੈ ਕਿ ਮੈਂ ਇੰਨੇ ਦਾਣੇ ਉਗਾਵਾਂ ਕਿ ਕੋਈ ਵੀ ਭੁੱਖਾ ਨਾ ਰਵੇ, ਸਾਰੇ ਸੰਸਾਰ ਦਾ ਢਿੱਡ ਭਰ ਜਾਵੇ ਤੇ ਸਰਬੱਤ ਦਾ ਭਲਾ ਹੋਵੇ। ਇੰਨੀ ਮਾਲਿਕ ਬਖਸ਼ਿਸ਼ ਤੂੰ ਜ਼ਰੂਰ ਕਰੀ ਮੇਰੇ ਉੱਤੇ ਕਿ ਮੈਂ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹੋਵਾਂ। ਹੁਣ ਕਿਸਾਨ ਦੀ ਸਥਿਤੀ ਇਹ ਹੈ ਕਿ ਉਹਦੀ ਆਮਦਨ ਲਗਾਤਾਰ ਘਟ ਰਹੀ ਹੈ, ਉਹ ਗਰੀਬ ਹੋ ਰਿਹਾ ਹੈ। ਜਿਸ ਫਸਲ ਦੀ ਉਸ ਨੂੰ ਉਮੀਦ ਹੁੰਦੀ ਹੈ ਕਿ ਉਸ ਨੂੰ ਮਿਹਨਤ ਤੋਂ ਬਾਅਦ ਪ੍ਰਾਪਤ ਹੋਏਗੀ, ਉਹ ਉਸ ਨੂੰ ਨਹੀਂ ਮਿਲਦੀ। ਬਹੁਤ ਕਾਰਨ ਨੇ, ਕੁਦਰਤੀ ਮਾਰ ਵੀ ਪੈਂਦੀ ਹੈ, ਕੋਈ ਕੀੜਾ ਵੀ ਲੱਗ ਜਾਂਦਾ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ। ਕਈ ਵਾਰ ਉਹਨੂੰ ਘੱਟ ਮੁੱਲ ਮਿਲਦਾ ਹੈ, ਉਨਾ ਮੁੱਲ ਨਹੀਂ ਮਿਲਦਾ ਜਿੰਨਾ ਉਹ ਆਸ ਲਾ ਕੇ ਬੈਠਾ ਹੈ। ਸਿਰਫ ਕਿਸਾਨ ਹੀ ਐਸਾ ਹੈ ਜੋ ਆਪਣੀ ਚੀਜ਼ ਦਾ ਮੁੱਲ ਖੁਦ ਤੈਅ ਨਹੀਂ ਕਰ ਸਕਦਾ। ਹੋਰ ਕਿਸੇ ਵੀ ਬਿਜ਼ਨਸ ਦੇ ਵਿੱਚ ਉਹ ਬਿਜ਼ਨਸਮੈਨ, ਉਹ ਵਪਾਰੀ ਆਪਣੀ ਚੀਜ਼ ਦਾ ਮੁੱਲ ਖੁਦ ਤੈਅ ਕਰ ਸਕਦਾ ਹੈ, ਪਰ ਕਿਸਾਨ ਆਪਣੀ ਫਸਲ ਦਾ ਮੁੱਲ ਖੁਦ ਤੈਅ ਨਹੀਂ ਕਰ ਸਕਦਾ। ਪਤਾ ਨਹੀਂ ਇਸ ਦਾ ਕੀ ਕਾਰਨ ਹੈ, ਇਹ ਕਿਉਂ ਇਸ ਤਰ੍ਹਾਂ ਦੀ ਸਥਿਤੀ ਹੈ, ਕਿਉਂ ਇਸ ਤਰ੍ਹਾਂ ਦਾ ਸਾਰਾ ਵਿਕਾਸ ਦਾ ਮਾਡਲ ਹੈ। ਖੈਰ, ਉਸ ਦੀ ਆਰਥਿਕਤਾ ਦੀ ਗੱਲ ਕਰੀਏ ਜੋ ਕਿਸਾਨ ਦੀ ਕਮਰ ਤੋੜ ਰਹੀ ਹੈ। ਕਿਸਾਨ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ, ਜਿਉਂਦਿਆਂ ਰਹਿਣ ਵਾਸਤੇ ਕਰਜ਼ੇ ਲੈਣੇ ਪੈਂਦੇ ਨੇ। ਕਿਸਾਨ ਅਮੀਰਾਂ ਵਾਂਗ ਕਰਜ਼ੇ ਇਸ ਕਰਕੇ ਨਹੀਂ ਲੈਂਦਾ ਕਿ ਉਹ ਜਾਇਦਾਦਾਂ ਬਣਾ ਸਕੇ।
ਕਿਸਾਨ ਨੂੰ ਤਾਂ ਆਪਣੇ ਜੀਵਨ ਨੂੰ ਬਚਾਉਣ ਦੀ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਮੈਂ ਬਚ ਜਾਵਾਂ, ਮੇਰੇ ਖੇਤ ਬਚ ਜਾਣ, ਮੇਰਾ ਪਰਿਵਾਰ ਬਚ ਜਾਏ। ਇਸ ਲਈ ਉਹ ਕਰਜ਼ਾ ਲੈਂਦਾ ਹੈ, ਪਰ ਕਰਜ਼ਾ ਦਿਨ ਬ ਦਿਨ ਵੱਧਦਾ ਜਾਂਦਾ। ਉਹਦੇ ਕੋਲੋਂ ਕਿਸ਼ਤਾਂ ਤਾਰਨੀਆਂ ਵੀ ਮੁਸ਼ਕਲ ਹੋ ਜਾਂਦੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਸਾਨੂੰ ਖੁਦਕੁਸ਼ੀ ਦੇ ਕੇਸ ਵੀ ਵੇਖਣ ਨੂੰ ਮਿਲਦੇ ਨੇ। ਇਹ ਬਹੁਤ ਹੀ ਮਾੜੀ ਘਟਨਾ ਹੈ। ਕਿਸੇ ਕਿਸਾਨ ਵਾਸਤੇ ਤਾਂ ਖੁਦਕੁਸ਼ੀ ਕਰਨਾ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਵੇਂ ਪੂਰੇ ਸਮਾਜ ਨੇ ਖੁਦਕੁਸ਼ੀ ਕਰ ਲਈ, ਪੂਰੇ ਦੇਸ਼ ਨੇ ਖੁਦਕੁਸ਼ੀ ਕਰ ਲਈ। ਇਹ ਬਹੁਤ ਮਾੜੀ ਘਟਨਾ ਹੈ ਔਰ ਇਹਦੇ ਉੱਤੇ ਖਾਸ ਤੌਰ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਐਸੀਆਂ ਨੀਤੀਆਂ ਕਿਉਂ ਬਣਾਈਆਂ ਜਾਂਦੀਆਂ ਨੇ ਜੋ ਕਿਸਾਨ ਲਈ ਮਾਰੂ ਸਿੱਧ ਹੁੰਦੀਆਂ ਨੇ, ਜੋ ਕਿਸਾਨ ਨੂੰ ਮਾਰ ਦਿੰਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਖੇਤੀਬਾੜੀ ਮਹੱਤਵਪੂਰਨ ਜ਼ਰੂਰ ਰਹੇਗੀ, ਕਿਉਂਕਿ ਹਮੇਸ਼ਾ ਤੋਂ ਮਹੱਤਵਪੂਰਨ ਹੈ, ਪਰ ਇਸ ਦੀ ਸਥਿਤੀ ਬੜੀ ਕਮਜ਼ੋਰ ਦਿਖਦੀ ਹੈ। ਕਿਤੇ ਨਾ ਕਿਤੇ ਤਾਂ ਕੁਦਰਤੀ ਮਾਰ ਹੈ ਤੇ ਕਿਤੇ ਨਾ ਕਿਤੇ ਸਪੋਰਟ ਨਹੀਂ ਹੈ। ਇਸ ਕਰਕੇ ਐਸੀਆਂ ਨੀਤੀਆਂ ਬਣਾਉਣ ਦੀ ਲੋੜ ਹੈ, ਐਸਾ ਵਾਤਾਵਰਣ ਬਣਾਉਣ ਦੀ ਲੋੜ ਹੈ ਜੋ ਕਿਸਾਨਾਂ ਦੇ ਪੱਖ ਵਿੱਚ ਹੋਵੇ, ਕਿਸਾਨਾਂ ਦੀ ਫੇਵਰ ਵਿੱਚ ਹੋਵੇ, ਜੋ ਕਿਸਾਨਾਂ ਨੂੰ ਹਰ ਤਰ੍ਹਾਂ ਨਾਲ ਸਪੋਰਟ ਕਰੇ, ਜੋ ਕਿਸਾਨ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦੇ ਵਿੱਚ ਸਹਾਈ ਸਿੱਧ ਹੋਵੇ। ਐਡੀਆਂ ਵੱਡੀਆਂ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ ਕਿਸਾਨੀ ਨੂੰ ਲੈ ਕੇ, ਐਡੇ ਵੱਡੇ ਮਾਹਿਰ ਬੈਠੇ ਨੇ, ਐਕਸਪਰਟ ਬੈਠੇ ਨੇ, ਉਹਨਾਂ ਕੋਲ ਨੌਲੇਜ ਹੈ, ਗਿਆਨ ਦਾ ਖਜ਼ਾਨਾ ਹੈ, ਉਹ ਸਭ ਕੁਝ ਕਰ ਸਕਦੇ ਨੇ ਕਿਸਾਨ ਦੀ ਹਾਲਤ ਨੂੰ ਬਿਹਤਰ ਬਣਾਉਣ ਵਾਸਤੇ, ਪਰ ਕੋਈ ਸਪੋਰਟ ਨਹੀਂ, ਕੋਈ ਫਾਈਨੈਂਸ ਨਹੀਂ, ਕਿਸੇ ਤਰ੍ਹਾਂ ਦਾ ਕੋਈ ਬਜਟ ਨਹੀਂ। ਜਦਕਿ ਖੇਤੀਬਾੜੀ ਦੇ ਵਾਸਤੇ ਇੱਕ ਵੱਖਰਾ ਬਜਟ ਹੋਣਾ ਚਾਹੀਦਾ ਹੈ, ਕਿਉਂਕਿ ਖੇਤੀ ਦੇ ਸਿਰ ਦੇ ਉੱਤੇ ਹੀ ਤਾਂ ਸਾਰੀ ਇਕਨੋਮੀ ਟਿਕੀ ਹੋਈ ਹੈ, ਖੇਤੀ ਦੇ ਸਿਰ ਦੇ ਉੱਤੇ ਹੀ ਤਾਂ ਸਾਰਾ ਸਮਾਜ, ਸਾਰਾ ਦੇਸ਼ ਟਿਕਿਆ ਹੋਇਆ ਹੈ। ਇਸ ਕਰਕੇ ਖੇਤੀ ਦਾ ਬਜਟ ਅਲੱਗ ਹੋਣਾ ਚਾਹੀਦਾ ਹੈ, ਜੋ ਮਾਹਿਰ ਕਹਿੰਦੇ ਨੇ, ਤਾਂ ਕਿ ਖੇਤੀ ਦੇ ਵਿਕਾਸ ਦੇ ਉੱਤੇ ਪੂਰਾ ਜ਼ੋਰ ਦਿੱਤਾ ਜਾ ਸਕੇ, ਖਾਸ ਕਰਕੇ ਛੋਟੇ ਕਿਸਾਨਾਂ ਨੂੰ ਬਚਾਇਆ ਜਾ ਸਕੇ, ਤਾਂ ਕਿ ਉਹ ਵੀ ਇਸ ਖੁਸ਼ੀ ਦਾ ਆਨੰਦ ਮਾਣ ਸਕਣ। ਜਦੋਂ ਪਿਤਾ ਕਹਿੰਦਾ ਹੈ ਕਿ ਆਪਾਂ ਖੇਤ ਵੇਚ ਦੇਵਾਂਗੇ, ਤਾਂ ਖੇਤ ਦਾ ਉਹ ਕੀਤਾ ਕੀ ਜਾਏਗਾ, ਜੋ ਖਰੀਦੇਗਾ ਉਸ ਦਾ ਕੀ ਕਰੇਗਾ? ਜੇ ਤਾਂ ਉਹਨੇ ਖੇਤੀਬਾੜੀ ਕੀਤੀ ਤਾਂ ਇੱਕ ਵੱਖਰੀ ਸਥਿਤੀ ਹੈ, ਤੇ ਜੇ ਉਸ ਖੇਤ ਨੂੰ ਵੇਚ ਦਿੱਤਾ ਅੱਗੇ ਕਲੋਨੀ ਬਣਾਉਣ ਵਾਸਤੇ, ਤਾਂ ਉੱਥੇ ਤੇ ਘਰ ਪੈ ਜਾਣਗੇ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਖੇਤਾਂ ਦੇ ਖੇਤ ਵੇਚੀ ਜਾ ਰਹੇ ਨੇ ਲੋਕ, ਤੇ ਉੱਥੇ ਕਲੋਨੀਆਂ ਬਣ ਰਹੀਆਂ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖੀਏ ਆਬਾਦੀ ਵੀ ਵੱਧਦੀ ਪਈ ਹੈ, ਤੇ ਰੋਟੀ ਕਿੱਥੋਂ ਖਾਣੀ ਹੈ? ਖੇਤੀਬਾੜੀ ਵਾਸਤੇ ਜੇ ਜ਼ਮੀਨ ਹੀ ਨਹੀਂ ਬਚਣੀ ਤਾਂ ਖੇਤੀਬਾੜੀ ਕਰਨੀ ਕਿੱਥੇ ਹੈ? ਇਹ ਵੀ ਚੀਜ਼ ਸੋਚਣ ਵਾਲੀ ਹੈ। ਜੇ ਅਸੀਂ ਖੇਤਾਂ ਦੇ ਵਿੱਚ ਕਲੋਨੀਆਂ ਕੱਟੀ ਜਾਵਾਂਗੇ, ਖੇਤਾਂ ਦੇ ਵਿੱਚ ਅਸੀਂ ਘਰ ਬਣਾਈ ਜਾਵਾਂਗੇ, ਤਾਂ ਪ੍ਰਾਪਰਟੀ ਡੀਲਰ, ਰੀਅਲ ਐਸਟੇਟ ਵਾਲੇ ਤੇ ਆਪਣਾ ਕਮਿਸ਼ਨ ਖਾ ਕੇ ਬਹਿ ਗਏ। ਉਹ ਖੇਤ ਵੇਚੋ ਜੀ, ਕੀ ਮਿੱਟੀ ਨਾਲ ਮਿੱਟੀ ਹੁੰਦੇ ਪਏ ਹੋ ਜੀ, ਬੈਂਕ ਵਿੱਚ ਪੈਸਾ ਰੱਖੋ ਜੀ ਤੇ ਤੁਸੀਂ ਵਿਆਜ ਖਾਓ, ਐਸ਼ ਕਰੋ। ਉਹ ਐਸ਼ ਉਹਨਾਂ ਨੇ ਨਹੀਂ ਕਰਨੀ, ਐਸ਼ ਤੁਸੀਂ ਕਰਨੀ ਹੈ। ਕਿਉਂ? ਕਿਉਂਕਿ ਤੁਸੀਂ ਉਹ ਸਭ ਕੁਝ ਵਿਕਵਾਉਂਦੇ ਪਏ ਹੋ ਜੋ ਨਹੀਂ ਵਿਕਵਾਉਣਾ ਚਾਹੀਦਾ। ਔਰ ਇਕਨੋਮੀ ਦਾ ਹਾਲ ਤੁਸੀਂ ਜਾਣਦੇ ਹੋ। ਇਸ ਵਕਤ ਬੈਂਕ ਦੇ ਵਿੱਚ ਪੈਸਾ ਰੱਖ ਕੇ ਤੁਸੀਂ ਕਿੰਨਾ ਕੁ ਵਿਆਜ ਖੱਟ ਸਕਦੇ ਹੋ? ਕਿਉਂਕਿ ਆਮਦਨੀ ਜੋ ਇਕਨੋਮੀ ਦੀ ਹੈ, ਤੁਸੀਂ ਦੇਖਦੇ ਪਏ ਹੋ, ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਸਥਿਤੀ। ਇਸ ਕਰਕੇ ਖੇਤੀ ਨੂੰ ਖੇਤੀ ਰਹਿਣ ਦਿਓ। ਇਹ ਤੁਹਾਡੇ ਸਾਰੇ ਅੱਗੇ ਰਿਕੁਐਸਟ ਹੈ, ਕਲੋਨੀਆਂ ਨਾ ਕਟਵਾਓ, ਤਾਂ ਕਿ ਖੇਤ ਬਚੇ ਰਹਿਣ ਤੇ ਉਹਦੇ ਵਿੱਚੋਂ ਸਾਨੂੰ ਮਿਲੇ ਉਹ ਸਾਰਾ ਅਨਾਜ, ਉਹ ਸਾਰਾ ਅੰਨ ਜੋ ਸਾਡੇ ਜਿਉਂਦਿਆਂ ਰਹਿਣ ਵਾਸਤੇ ਜ਼ਰੂਰੀ ਹੈ। ਖੇਤੀ ਦੀ ਹਾਲਤ ਸੁਧਾਰੋ, ਐਸੀ ਕੋਸ਼ਿਸ਼ ਕਰੋ, ਐਸੇ ਵਿਕਾਸ ਦੇ ਮਾਡਲ ਬਣਾਓ ਕਿ ਖੇਤੀ ਸੁਧਰੇ, ਨਾ ਕਿ ਖੇਤਾਂ ਨੂੰ ਵੇਚ ਕੇ ਕਲੋਨੀਆਂ ਬਣਾਓ। ਕਿਉਂਕਿ ਕੱਲ ਨੂੰ ਫੂਡ ਪ੍ਰੋਬਲਮ ਖੜੀ ਹੋ ਜਾਏਗੀ, ਰੋਟੀ ਦੀ ਸਮੱਸਿਆ ਖੜੀ ਹੋ ਜਾਏਗੀ। ਖੇਤੀਬਾੜੀ ਦੇ ਥੱਲੋਂ ਜ਼ਮੀਨ ਕੱਟਣੀ ਨਹੀਂ ਚਾਹੀਦੀ, ਕਿਉਂਕਿ ਜ਼ਮੀਨ ਓਨੀ ਹੀ ਹੈ ਜਿੰਨੀ ਕੁਦਰਤ ਨੇ ਬਣਾਈ ਹੈ। ਇਸ ਧਰਤੀ ਨੇ ਨਾ ਵਧਣਾ ਹੈ ਤੇ ਨਾ ਘਟਣਾ ਹੈ। ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ, ਇਹ ਸਾਡੀ ਆਪਣੀ ਸੂਝ-ਬੂਝ ਦੇ ਉੱਤੇ ਨਿਰਭਰ ਕਰਦਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਖੇਤੀ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰੋ, ਗਲੈਮਰਾਈਜ਼ ਕਰੋ, ਤਾਂ ਕਿ ਨੌਜਵਾਨਾਂ ਦਾ ਇਹਦੇ ਵੱਲ ਇੰਟਰਸਟ ਬਣੇ, ਨੌਜਵਾਨ ਖੇਤੀਬਾੜੀ ਕਰਨਾ ਚਾਹਣ। ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ ਉਹ ਵੀ ਖੇਤੀਬਾੜੀ ਵੱਲ ਆਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਖੇਤੀਬਾੜੀ ਦੇ ਵਿੱਚ ਕਾਮਯਾਬੀ ਦਾ ਮਤਲਬ ਹੈ ਜ਼ਿੰਦਗੀ ਭਰ ਦੀ ਕਾਮਯਾਬੀ। ਕੋਈ ਸਾਨੂੰ ਕਿਸੇ ਕਿਸਮ ਦਾ ਫਿਕਰ ਨਹੀਂ ਰਹੇਗਾ, ਕਿਉਂਕਿ ਸਾਨੂੰ ਪਤਾ ਹੈ ਜਦੋਂ ਅਸੀਂ ਖੇਤਾਂ ਦੇ ਵਿੱਚ ਖੜੇ ਹੋ ਕੇ ਚਾਰੋਂ ਪਾਸੇ ਨਜ਼ਰ ਮਾਰਾਂਗੇ, ਸਾਨੂੰ ਪਤਾ ਹੈ ਕਿ ਇਹ ਧਰਤੀ ਮੈਨੂੰ ਵੀ ਰੋਟੀ ਦੇਗੀ, ਮੇਰੇ ਪਰਿਵਾਰ ਨੂੰ ਵੀ ਰੋਟੀ ਦੇਗੀ ਤੇ ਸਾਰੇ ਦੇਸ਼ ਵਾਸੀਆਂ ਨੂੰ ਵੀ ਰੋਟੀ ਦੇਗੀ। ਅਸੀਂ ਦੇਖਦੇ ਹਾਂ ਕਿ ਵੱਡੇ ਕਾਰਪੋਰੇਟ ਹਾਊਸਿਸ ਦੇ ਵਿੱਚ ਜੋ ਵੱਡੇ ਅਹੁਦਿਆਂ ਤੇ ਨੇ, ਉਹਨਾਂ ਦੀ ਆਮਦਨੀ ਇੰਨੀ ਜ਼ਿਆਦਾ ਹੈ, ਕਈ ਵਾਰ ਤੇ ਲੱਖਾਂ ਵਿੱਚ ਹੈ, ਕਿ ਜੇ ਦੇਖਿਆ ਜਾਵੇ ਕਿ ਇੱਕ ਕਿਸਾਨ ਨੂੰ ਇੰਨਾ ਪੈਸਾ ਕਮਾਉਣ ਵਾਸਤੇ ਕਿੰਨੇ ਸਾਲ ਚਾਹੀਦੇ ਨੇ,
ਤਾਂ ਐਕਸਪਰਟਸ ਕਹਿੰਦੇ ਨੇ ਕਿ ਸ਼ਾਇਦ ਕਈ 100 ਸਾਲ ਚਾਹੀਦੇ ਨੇ ਇੰਨਾ ਪੈਸਾ ਕਿਸਾਨ ਨੂੰ ਕਮਾਉਣ ਵਾਸਤੇ। ਤਾਂ ਐਡਾ ਵੱਡਾ ਗੈਪ ਕਾਰਪੋਰੇਟ ਵਰਲਡ ਤੇ ਕਿਸਾਨਾਂ ਦੇ ਵਿੱਚ, ਤੇ ਅੱਜ ਵੀ ਅਸੀਂ ਉਹੀ ਦੇਖਦੇ ਪਏ ਹਾਂ। ਜੇ ਅਸੀਂ ਪੂਰੀ ਕਿਸਾਨੀ ਨੂੰ ਕਾਰਪੋਰੇਟ ਨੂੰ ਦੇ ਦਿੱਤਾ ਤੇ ਫਿਰ ਕਿਸਾਨਾਂ ਦਾ ਹਾਲ ਕੀ ਬਣੇਗਾ? ਇਸ ਗੱਲ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਸੀ ਗੱਲ ਨਹੀਂ ਆਉਣੀ ਚਾਹੀਦੀ ਕਿ ਮੈਂ ਵੱਡਾ ਤੂੰ ਛੋਟਾ, ਮੈਂ ਉੱਚਾ ਤੂੰ ਨੀਵਾਂ। ਇਸ ਤਰ੍ਹਾਂ ਦੀ ਗੱਲ ਨਹੀਂ ਆਉਣੀ ਚਾਹੀਦੀ, ਕਿਉਂਕਿ ਖੇਤੀਬਾੜੀ ਸਭ ਨੂੰ ਬਰਾਬਰ ਰੱਖਦੀ ਹੈ। ਉਹ ਖੇਤੀ ਜੋ ਸਭ ਨੂੰ ਰੋਟੀ ਦਿੰਦੀ ਹੈ, ਉਹ ਇਹ ਨਹੀਂ ਪੁੱਛਦੀ ਕਿ ਤੂੰ ਵੱਡਾ ਹੈ ਤੇ ਤੈਨੂੰ ਵੱਧ ਰੋਟੀਆਂ ਦੇਣੀਆਂ ਨੇ, ਤੂੰ ਛੋਟਾ ਹੈ ਤੇ ਤੈਨੂੰ ਘੱਟ ਰੋਟੀਆਂ ਦੇਣੀਆਂ ਨੇ। ਜੇ ਖੇਤੀਬਾੜੀ ਨਾਲ ਜੁੜਦੇ ਹਾਂ ਅਸੀਂ ਤਾਂ ਸਾਡੇ ਦਿਮਾਗ 'ਚੋਂ ਇਹ ਸੋਚ ਨਿਕਲ ਜਾਏਗੀ ਕਿ ਕੌਣ ਵੱਡਾ ਤੇ ਕੌਣ ਛੋਟਾ। ਇਸ ਕਰਕੇ ਖੇਤੀਬਾੜੀ ਕੋਈ ਕਾਰਪੋਰੇਟ ਦੇ ਹੱਥ ਵਿੱਚ ਆਉਣ ਵਾਲੀ ਚੀਜ਼ ਨਹੀਂ ਹੈ। ਖੇਤੀਬਾੜੀ ਇੱਕ ਕਿਸਾਨ ਦੇ ਹੱਥ ਵਿੱਚ ਹੀ ਸ਼ੋਭਾ ਦਿੰਦੀ ਹੈ ਤੇ ਕਾਰਪੋਰੇਟ ਕਦੀ ਕਿਸਾਨ ਨਹੀਂ ਹੋ ਸਕਦਾ, ਕਿਸਾਨ ਹੀ ਕਿਸਾਨ ਹੋ ਸਕਦਾ ਹੈ। ਇਸ ਕਰਕੇ ਇਹ ਸਾਰੀਆਂ ਜੋ ਪਲੈਨਿੰਗਸ ਚੱਲ ਰਹੀਆਂ ਨੇ, ਇਹਦਾ ਅਸਲੀ ਮੰਤਵ ਕੀ ਹੈ, ਇਹਦੇ ਪਿੱਛੇ ਅਸਲੀ ਸੋਚ ਕੀ ਹੈ, ਇਸ ਨੂੰ ਸਭ ਸਮਝਦੇ ਨੇ, ਸਭ ਜਾਣਦੇ ਨੇ। ਇਸ ਕਰਕੇ ਜ਼ਰੂਰੀ ਇਹ ਹੈ ਕਿ ਅਸੀਂ ਬਾਬਾ ਨਾਨਕ ਦੀ ਇਸ ਵਿਰਾਸਤ ਨੂੰ, ਖੇਤੀਬਾੜੀ ਨੂੰ ਸੰਭਾਲ ਕੇ ਰੱਖੀਏ ਤੇ ਇਹ ਸੰਭਾਲ ਕੇ ਕਿਸਾਨ ਹੀ ਰੱਖ ਸਕਦੇ ਨੇ। ਇਹ ਕਿਸਾਨਾਂ ਕੋਲ ਹੀ ਸ਼ੋਭਾ ਦਿੰਦੀ ਹੈ, ਤਾਂ ਹੀ ਖੇਤੀ ਉੱਤਮ ਖੇਤੀ ਹੋ ਸਕਦੀ ਹੈ, ਕਿਉਂਕਿ ਕਿਸਾਨ ਕੋਲ ਪੁਰਖਿਆਂ ਦੀ ਵਿਰਾਸਤ ਹੈ, ਪੁਰਖਿਆਂ ਦਾ ਖਜ਼ਾਨਾ ਹੈ, ਉਹਦੇ ਕੋਲ ਪੁਰਖਿਆਂ ਦਾ ਤਜਰਬਾ ਹੈ, ਉਸ ਕੋਲ ਪੁਰਖਿਆਂ ਦਾ ਗਿਆਨ ਹੈ ਖੇਤੀ ਨੂੰ ਕਰਨ ਦਾ, ਖੇਤੀ ਨੂੰ ਸੰਭਾਲਣ ਦਾ, ਖੇਤੀ ਨੂੰ ਵਿਕਾਸ ਵੱਲ ਲੈ ਕੇ ਜਾਣ ਦਾ। ਤੁਸੀਂ ਕਿਸਾਨ ਨੂੰ ਪੂਰੀ ਸਪੋਰਟ ਦਿਓ ਤੇ ਫਿਰ ਦੇਖੋ ਕਿਸਾਨ ਕੀ ਕਮਾਲ ਕਰਕੇ ਦਿਖਾਉਂਦਾ ਹੈ। ਸਾਨੂੰ ਖੁਸ਼ੀ ਹੈ ਕਿ ਤੁਸੀਂ ਵਰਲਡ ਇਸ਼ੂਜ਼ ਦਾ ਹਿੱਸਾ ਬਣੇ। ਇਸੇ ਤਰ੍ਹਾਂ ਹੀ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।